बल की है। बल ਇੱਕ ਧੱਕਾ ਜਾਂ ਖਿੱਚ ਹੈ ਜੋ ਵਸਤੂ ਨੂੰ ਗਤੀਸ਼ੀਲ ਕਰ ਸਕਦਾ ਹੈ ਜਾਂ ਗਤੀਸ਼ੀਲ ਵਸਤੂ ਨੂੰ ਰੋਕ ਸਕਦਾ ਹੈ ਜਾਂ ਵਸਤੂ ਦੀ ਗਤੀ ਦੀ ਦਿਸ਼ਾ ਬਦਲ ਸਕਦਾ ਹੈ। ਸੰਪਰਕ ਬਲ ਕੀ ਹਨ? ਜਦੋਂ ਵਸਤੂ ਉੱਤੇ ਲਗਾਏ ਗਏ ਬਲ ਉਦੋਂ ਤੱਕ ਹੀ ਆਪਣਾ ਪ੍ਰਭਾਵ ਪਾਉਂਦੇ ਹਨ ਜਦੋਂ ਵਸਤੂ ਬਲ ਲਗਾਉਣ ਵਾਲੀ ਵਸਤੂ ਦੇ ਸਿੱਧੇ ਸੰਪਰਕ ਵਿੱਚ ਆਵੇ। ਇਸ ਤਰ੍ਹਾਂ ਦੇ ਬਲਾਂ ਨੂੰ ਸੰਪਰਕ ਬਲ ਆਖਦੇ ਹਨ। ਉਦਾਹਰਨ ਲਈ ਫੁੱਟਬਾਲ ਨੂੰ ਕਿੱਕ ਮਾਰਨਾ। ਗੈਰ ਸੰਪਰਕ ਬਲ ਕੀ ਹਨ? ਜਦੋਂ ਬਲ ਦੂਰੀ ਤੋਂ ਭਾਵ ਬਿਨਾਂ ਕਿਸੇ ਸਿੱਧੇ ਸੰਪਰਕ ਦੇ ਵਸਤੂ ਉੱਤੇ ਪ੍ਰਭਾਵ ਪਾਉਣ ਤਾਂ ਅਜਿਹੇ ਬਲ ਗੈਰ ਸੰਪਰਕ ਬਲ ਕਹਾਉਂਦੇ ਹਨ। ਸੰਪਰਕ ਅਤੇ ਗੈਰ ਸੰਪਰਕ ਬਲ ਦੀਆਂ ਦੋ ਉਦਾਹਰਣਾਂ ਦਿਓ। ਸੰਪਰਕ ਬਲ: ਪੇਸ਼ੀ ਬਲ, ਭਾਰ ਚੁੱਕਣਾ, ਸੂਟਕੇਸ ਚੱਕਣਾ। ਨੰਬਰ 2, ਰਗੜ ਬਲ, ਸਵਿੱਚ ਬੰਦ ਕਰਨ ਤੇ ਪੱਖੇ ਦਾ ਰੁਕਣਾ, ਕਿੱਕ ਮਾਰਨ ਤੋਂ ਬਾਅਦ ਫੁੱਟਬਾਲ ਦਾ ਰੁਕਣਾ। ਗੈਰ ਸੰਪਰਕ ਬਲ: ਚੁੰਬਕੀ ਬਲ, ਚੁੰਬਕ ਦਾ ਲੋਹੇ ਨੂੰ ਖਿੱਚਣਾ, ਚੁੰਬਕ ਦੇ ਸਮਾਨ ਧਰੁਵਾਂ ਵਿਚਕਾਰ ਅਪਕਰਸ਼ਣ। ਗੁਰੂਤਵਾਕਰਸ਼ਣ ਬਲ: ਉੱਪਰ ਸੁੱਟੀ ਗੇਂਦ ਦਾ ਹੇਠਾਂ ਆਉਣਾ, ਹੱਥ ਵਿੱਚੋਂ ਛੱਡੇ ਸਿੱਕੇ ਦਾ ਹੇਠਾਂ ਡਿੱਗਣਾ। ਗੁਰੂਤਾਕਰਸ਼ਣ ਬਲ ਕੀ ਹੁੰਦਾ ਹੈ? ਬ੍ਰਹਿਮੰਡ ਵਿੱਚ ਪੁੰਜ ਰੱਖਣ ਵਾਲੀ ਹਰ ਕੋਈ ਵਸਤੂ ਦੂਜੀ ਪੁੰਜ ਵਾਲੀ ਵਸਤੂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਇਸ ਬਲ ਨੂੰ ਗੁਰੂਤਾਕਰਸ਼ਣ ਬਲ ਕਹਿੰਦੇ ਹਨ। ਇਹ ਇੱਕ ਗੈਰ ਸੰਪਰਕ ਬਲ ਹੈ। ਰਗੜ ਬਲ ਕੀ ਹੁੰਦਾ ਹੈ? ਰਗੜ ਬਲ ਉਹ ਸੰਪਰਕ ਬਲ ਹੈ ਜੋ ਗਤੀ ਦਾ ਵਿਰੋਧ ਕਰਦਾ ਹੈ। ਇਹ ਉਦੋਂ ਕਾਰਜ ਕਰਦਾ ਹੈ ਜਦੋਂ ਇੱਕ ਵਸਤੂ ਦੂਜੀ ਵਸਤੂ ਦੀ ਸਤ੍ਹਾ ਦੇ ਸੰਪਰਕ ਵਿੱਚ ਆ ਕੇ ਗਤੀ ਕਰਨਾ ਸ਼ੁਰੂ ਕਰਦੀ ਹੈ। ਰਗੜ ਬਲ ਹਮੇਸ਼ਾ ਗਤੀ ਦੀ ਦਿਸ਼ਾ ਤੋਂ ਉਲਟ ਦਿਸ਼ਾ ਵਿੱਚ ਕਾਰਜ ਕਰਦਾ ਹੈ। ਸਥਿਰ ਬਿਜਲਈ ਬਲ ਕੀ ਹੈ? ਇੱਕ ਚਾਰਜਿਤ ਵਸਤੂ ਦੁਆਰਾ ਦੂਜੀ ਚਾਰਜਿਤ ਵਸਤੂ ਜਾਂ ਅਣਚਾਰਜਿਤ ਵਸਤੂ ਉੱਤੇ ਲਗਾਇਆ ਗਿਆ ਬਲ ਸਥਿਰ ਬਿਜਲਈ ਬਲ ਅਖਵਾਉਂਦਾ ਹੈ। ਇਹ ਇੱਕ ਗੈਰ ਸੰਪਰਕ ਬਲ ਹੈ। ਕੀ ਬਲ ਵਸਤੂ ਦੀ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਕਰ ਸਕਦਾ ਹੈ? ਜੀ ਹਾਂ, ਬਲ ਵਸਤੂ ਦੀ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਕਰ ਸਕਦਾ ਹੈ। ਉਦਾਹਰਨ ਲਈ ਸਰਲ ਰੇਖਾ ਵਿੱਚ ਗਤੀ ਕਰਦੇ ਸਾਈਕਲ ਦੇ ਹੈਂਡਲ ਉੱਤੇ ਪੇਸ਼ੀ ਬਲ ਲਗਾ ਕੇ ਉਸ ਨੂੰ ਮੋੜਿਆ ਜਾ ਸਕਦਾ ਹੈ। ਸੰਪਰਕ ਅਤੇ ਗੈਰ ਸੰਪਰਕ ਬਲਾਂ ਵਿਚਕਾਰ ਅੰਤਰ ਸਪਸ਼ਟ ਕਰੋ। ਅੰਤਰ ਇਸ ਪ੍ਰਕਾਰ ਹੈ। ਸੰਪਰਕ ਬਲ ਲੱਗਣ ਸਮੇਂ ਕਿਸੇ ਵਸਤੂ ਦੀ ਸਤ੍ਹਾ ਬਲ ਲਗਾਉਣ ਵਾਲੀ ਵਸਤੂ ਦੇ ਸਿੱਧੇ ਸੰਪਰਕ ਵਿੱਚ ਹੁੰਦੀ ਹੈ। ਗੈਰ ਸੰਪਰਕ ਬਲ ਵਸਤੂਆਂ ਦੇ ਆਪਸੀ ਸੰਪਰਕ ਤੋਂ ਬਿਨਾਂ ਵੀ ਕਾਰਜ ਕਰ ਸਕਦੇ ਹਨ। ਨੰਬਰ 2, ਸੰਪਰਕ ਬਲ ਦੂਰੀ ਤੋਂ ਹੀ ਕਾਰਜ ਨਹੀਂ ਕਰ ਸਕਦੇ ਹਨ। ਸੰਪਰਕ ਬਲ ਦੂਰੀ ਤੋਂ ਹੀ ਕਾਰਜ ਨਹੀਂ ਕਰ ਸਕਦੇ ਹਨ।
ਹਾਂਜੀ, ਗੈਰ ਸੰਪਰਕ ਬਲ ਦੇ ਵਿੱਚ ਹੈ ਕਾਰਜ ਕਰ ਸਕਦੇ ਹਨ। ਗੈਰ ਸੰਪਰਕ ਬਲ ਦੂਰੀ ਤੋਂ ਹੀ ਕਾਰਜ ਕਰ ਸਕਦੇ ਹਨ। ਨੰਬਰ 3, ਉਦਾਹਰਣ ਲਈ ਰਗੜ ਬਲ। ਹਾਂਜੀ, ਗੈਰ ਸੰਪਰਕ ਬਲ ਵਿੱਚ ਉਦਾਹਰਣ ਲਈ ਚੁੰਬਕੀ ਬਲ। ਬਲ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਬਲ ਦੋ ਪ੍ਰਕਾਰ ਦੇ ਹੁੰਦੇ ਹਨ। ਨੰਬਰ 1, ਸੰਪਰਕ ਬਲ। ਨੰਬਰ 2, ਗੈਰ ਸੰਪਰਕ ਬਲ। ਇੱਕ ਕ੍ਰਿਆ ਰਾਹੀਂ ਦਰਸਾਓ ਕਿ ਹਵਾ ਦਬਾਅ ਉਤਪੰਨ ਕਰਦੀ ਹੈ। ਇੱਕ ਗਿਲਾਸ ਲਓ, ਉਸ ਨੂੰ ਸਿਰੇ ਤੱਕ ਪਾਣੀ ਨਾਲ ਭਰੋ। ਇੱਕ ਕਾਰਡਬੋਰਡ ਦੀ ਸ਼ੀਟ ਦਾ ਇੱਕ ਟੁਕੜਾ ਲਓ, ਜਿਸ ਨਾਲ ਇਸ ਗਲਾਸ ਦੇ ਸਿਰੇ ਨੂੰ ਪੂਰਾ ਢੱਕ ਦਿਓ। ਇਸ ਸ਼ੀਟ 'ਤੇ ਹਥੇਲੀ ਰੱਖ ਕੇ ਗਿਲਾਸ ਨੂੰ ਹੌਲੀ-ਹੌਲੀ ਉਲਟਾ ਕਰ ਦਿਓ। ਹੁਣ ਆਪਣੀ ਹਥੇਲੀ ਕਾਰਡਬੋਰਡ ਸ਼ੀਟ ਤੋਂ ਹਟਾ ਲਓ। ਹਾਂਜੀ, ਇੱਥੇ ਅਸੀਂ ਇਸ ਚਿੱਤਰ ਦੇ ਵਿੱਚ ਵੇਖ ਸਕਦੇ ਹਾਂ ਪਾਣੀ ਨਾਲ ਭਰਿਆ ਉਲਟਾ ਕੀਤਾ ਗਿਲਾਸ। ਪਾਣੀ ਦੇ ਭਾਰ ਕਾਰਨ ਕਾਰਡਬੋਰਡ ਉੱਤੇ ਲੱਗਾ ਦਬਾਅ। ਪਾਣੀ ਦੇ ਭਾਰ ਕਾਰਨ ਕਾਰਡਬੋਰਡ ਉੱਤੇ ਲੱਗਾ ਦਬਾਅ। ਕਾਰਡਬੋਰਡ ਦੀ ਸ਼ੀਟ। ਵਾਯੂਮੰਡਲੀ ਹਵਾ ਦਾ ਦਬਾਅ ਪਾਣੀ ਦੇ ਭਾਰ ਤੋਂ ਵੱਧ ਹੈ। ਹਾਂਜੀ, ਤੁਸੀਂ ਦੇਖੋਗੇ ਕਿ ਗਲਾਸ ਨੂੰ ਉਲਟਾ ਕਰਨ 'ਤੇ ਵੀ ਪਾਣੀ ਗਲਾਸ ਤੋਂ ਬਾਹਰ ਨਹੀਂ ਆ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਵਾਯੂਮੰਡਲੀ ਹਵਾ ਕਾਰਡਬੋਰਡ ਦੀ ਸ਼ੀਟ ਉੱਤੇ ਉਤਾਂਹ ਵੱਲ ਨੂੰ ਬਲ ਦਬਾਅ ਲਗਾਉਂਦੀ ਹੈ। ਉਪਰੋਕਤ ਕ੍ਰਿਆ ਤੋਂ ਸਿੱਧ ਹੁੰਦਾ ਹੈ ਕਿ ਹਵਾ ਦਬਾਅ ਉਤਪੰਨ ਕਰਦੀ ਹੈ। ਦਬਾਅ ਕੀ ਹੈ? ਕਿਸੇ ਇਕਾਈ ਖੇਤਰਫਲ ਉੱਤੇ ਲੱਗਣ ਵਾਲੇ ਬਲ ਨੂੰ ਦਬਾਅ ਕਿਹਾ ਆਖਦੇ ਹਨ। ਦਬਾਅ ਦਾ ਸੂਤਰ ਇਸ ਪ੍ਰਕਾਰ ਹੈ। ਦਬਾਅ ਬਰਾਬਰ ਹੈ ਬਲ ਬਟੇ ਖੇਤਰਫਲ ਜਿਸ ਉੱਤੇ ਬਲ ਲੱਗ ਰਿਹਾ ਹੋਵੇ। ਇੱਕ ਸੇਬ ਨੂੰ ਤਿੱਖੀ ਛੁਰੀ ਨਾਲ ਕੱਟਣਾ ਜ਼ਿਆਦਾ ਆਸਾਨ ਹੁੰਦਾ ਹੈ। ਕਿਉਂ? ਤਿੱਖਾ ਚਾਕੂ ਸਾਡੇ ਦੁਆਰਾ ਲਗਾਏ ਗਏ ਬਲ ਨੂੰ ਘੱਟ ਖੇਤਰਫਲ ਪ੍ਰਦਾਨ ਕਰਦਾ ਹੈ। ਇਸ ਕਾਰਨ ਸੇਬ ਦੀ ਸਤ੍ਹਾ ਉੱਤੇ ਵੱਧ ਦਬਾਅ ਪੈਂਦਾ ਹੈ ਅਤੇ ਸੇਬ ਆਸਾਨੀ ਨਾਲ ਕੱਟਿਆ ਜਾਂਦਾ ਹੈ। ਕੱਟਣ ਅਤੇ ਚੀਰਨ ਵਾਲੇ ਯੰਤਰਾਂ ਦੀ ਧਾਰ ਤਿੱਖੀ ਕਿਉਂ ਹੁੰਦੀ ਹੈ? ਕੱਟਣ ਅਤੇ ਚੀਰਨ ਵਾਲੇ ਯੰਤਰਾਂ ਦੀ ਧਾਰ ਤਿੱਖੀ ਹੁੰਦੀ ਹੈ ਕਿਉਂਕਿ ਤਿੱਖੀ ਧਾਰ ਨਾਲ ਲਗਾਇਆ ਗਿਆ ਬਲ ਘੱਟ ਖੇਤਰਫਲ ਉੱਤੇ ਕਿਰਿਆ ਕਰਦਾ ਹੈ। ਇਸ ਨਾਲ ਲਗਾਏ ਗਏ ਬਲ ਨਾਲ ਵੱਧ ਦਬਾਅ ਲੱਗਦਾ ਹੈ ਅਤੇ ਵਸਤੂ ਨੂੰ ਕੱਟਣਾ ਆਸਾਨ ਹੋ ਜਾਂਦਾ ਹੈ। ਕਿੱਲ ਨੂੰ ਕਿਸੇ ਸਤ੍ਹਾ ਦੇ ਤਿੱਖੇ ਸਿਰੇ ਤੋਂ ਠੋਕਣਾ ਜ਼ਿਆਦਾ ਸੌਖਾ ਹੁੰਦਾ ਹੈ। ਕਿਉਂ? ਅਜਿਹਾ ਇਸ ਲਈ ਕਿਉਂਕਿ ਕਿੱਲ ਦੇ ਤਿੱਖੇ ਸਿਰੇ ਨਾਲ ਕਿਸੇ ਸਤ੍ਹਾ ਉੱਤੇ ਲਗਾਇਆ ਗਿਆ ਬਲ ਘੱਟ ਖੇਤਰਫਲ ਉੱਤੇ ਕਿਰਿਆ ਕਰਦਾ ਹੈ। ਅਜਿਹਾ ਕਰਨ ਨਾਲ ਪ੍ਰਤੀ ਇਕਾਈ ਖੇਤਰਫਲ ਬਲ ਦੀ ਮਾਤਰਾ ਵੱਧ ਹੋਣ ਕਾਰਨ ਜ਼ਿਆਦਾ ਦਬਾਅ ਪੈਂਦਾ ਹੈ ਅਤੇ ਕਿੱਲ ਆਸਾਨੀ ਨਾਲ ਠੋਕੀ ਜਾ ਸਕਦੀ ਹੈ। ਤਰਲਾਂ ਦਾ ਦਬਾਅ ਇਸ ਦੀ ਸਤ੍ਹਾ ਦੀ ਬਰਤਨ ਵਿੱਚ ਉਚਾਈ 'ਤੇ ਨਿਰਭਰ ਕਰਦਾ ਹੈ। ਇੱਕ ਕ੍ਰਿਆ ਰਾਹੀਂ ਸਮਝਾਓ। ਅਸੀਂ ਤਰਲਾਂ ਦੁਆਰਾ ਬਰਤਨ ਦੇ ਤਲ ਉੱਤੇ ਲਗਾਏ ਗਏ ਦਬਾਅ ਨੂੰ ਸਮਝਣ ਲਈ ਕ੍ਰਿਆ ਕਰਦੇ ਹਾਂ। ਨੰਬਰ 1, ਪਾਰਦਰਸ਼ੀ ਕੱਚ ਦੀ ਇੱਕ ਨਲੀ ਜਾਂ ਪਲਾਸਟਿਕ ਦੇ ਪਾਈਪ ਦਾ ਟੁਕੜਾ ਲਓ, ਜਿਸ ਦੇ ਦੋ ਸਿਰੇ ਖੁੱਲ੍ਹੇ ਹੋਣ।
ਨੰਬਰ 2, ਇਸ ਨਲੀ ਦੇ ਹੇਠਲੇ ਸਿਰੇ ਤੇ ਰਬੜ ਦੀ ਪਤਲੀ ਸ਼ੀਟ ਕੱਸ ਕੇ ਬੰਨ੍ਹ ਦਿਓ। ਪਾਈਪ ਨੂੰ ਖੜੇ ਦਾ ਸਥਿਤੀ ਵਿੱਚ ਰੱਖਦੇ ਹੋਏ ਵਿਚਕਾਰੋਂ ਫੜੋ। ਹੁਣ ਇਸ ਨਲੀ ਵਿੱਚ ਪਾਣੀ ਤਰਲ ਭਰਨਾ ਸ਼ੁਰੂ ਕਰੋ ਅਤੇ ਨਲੀ ਹੇਠ ਲਗਾਈ ਰਬੜ ਸ਼ੀਟ ਦਾ ਫੈਲਾਅ ਨੋਟ ਕਰੋ। ਨਾਲ-ਨਾਲ ਨਲੀ ਵਿੱਚ ਪਾਣੀ ਦੇ ਕਾਲਮ ਦੀ ਉਚਾਈ ਵੀ ਨੋਟ ਕਰੋ। ਹੁਣ ਨਲੀ ਵਿੱਚ ਹੋਰ ਪਾਣੀ ਪਾਓ। ਰਬੜ ਸ਼ੀਟ ਦੇ ਫੈਲਾਅ ਉੱਤੇ ਪਾਣੀ ਦੇ ਕਾਲਮ ਦੀ ਉਚਾਈ ਫਿਰ ਨੋਟ ਕਰੋ। ਇਸ ਪ੍ਰਕਿਰਿਆ ਨੂੰ ਕੁਝ ਵਾਰ ਹੋਰ ਦੁਹਰਾਓ। ਨੰਬਰ 5, ਹਰ ਵਾਰ ਨਲੀ ਵਿੱਚ ਤਰਲ ਦੀ ਉਚਾਈ ਵਧਣ ਨਾਲ ਰਬੜ ਦੀ ਸ਼ੀਟ ਦਾ ਫੈਲਾਅ ਵਧ ਜਾਵੇਗਾ, ਭਾਵ ਦਬਾਅ ਵਧੇਗਾ। ਉਪਰੋਕਤ ਕਿਰਿਆ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬਰਤਨ ਨਲੀ ਵਿੱਚ ਪਾਣੀ ਦੀ ਉਚਾਈ ਵਧਣ ਨਾਲ ਬਰਤਨ ਦੇ ਤਲੇ ਉੱਤੇ ਤਰਲ ਦੁਆਰਾ ਲਗਾਇਆ ਦਬਾਅ ਵੀ ਵਧਦਾ ਹੈ, ਭਾਵ ਤਰਲਾਂ ਦਾ ਦਬਾਅ ਤਰਲਾਂ ਦੀ ਬਰਤਨ ਵਿੱਚ ਉਚਾਈ ਜਾਂ ਕਾਲਮ ਦੀ ਉਚਾਈ 'ਤੇ ਨਿਰਭਰ ਕਰਦਾ ਹੈ। ਇੱਕ ਕਿਰਿਆ ਰਾਹੀਂ ਦਰਸਾਓ ਕਿ ਤਰਲਾਂ ਦਾ ਦਬਾਅ ਡੂੰਘਾਈ ਨਾਲ ਵਧਦਾ ਹੈ। ਅਸੀਂ ਪਲਾਸਟਿਕ ਦੀ ਇੱਕ ਬੋਤਲ ਲਵਾਂਗੇ ਅਤੇ ਇਸ ਦੇ ਇੱਕ ਪਾਸੇ ਵੱਖ-ਵੱਖ ਉਚਾਈਆਂ 'ਤੇ 3 ਛੇਕ ਕਰਾਂਗੇ। ਹੁਣ ਬੋਤਲ ਨੂੰ ਪਾਣੀ ਨਾਲ ਭਰ ਦਿਆਂਗੇ ਅਤੇ ਪਹਿਲਾਂ ਤੋਂ ਬੋਤਲ ਵਿੱਚ ਕੀਤੇ ਛੇਕਾਂ ਰਾਹੀਂ ਬਾਹਰ ਆ ਰਹੇ ਪਾਣੀ ਦੁਆਰਾ ਤੈਅ ਕੀਤੀ ਦੂਰੀ ਨੋਟ ਕਰਾਂਗੇ। ਅਸੀਂ ਦੇਖਦੇ ਹਾਂ ਕਿ ਸਭ ਤੋਂ ਹੇਠਲੇ ਛੇਕ ਵਿੱਚੋਂ ਪਾਣੀ ਬੋਤਲ ਤੋਂ ਸਭ ਤੋਂ ਦੂਰ ਵੱਲ ਜਾ ਕੇ ਡਿੱਗਦਾ ਹੈ ਅਤੇ ਸਭ ਤੋਂ ਉਚਾਈ ਵਾਲੇ ਛੇਕ ਤੋਂ ਪਾਣੀ ਬੋਤਲ ਤੋਂ ਸਭ ਤੋਂ ਨੇੜੇ ਡਿੱਗਦਾ ਹੈ। ਵਿਚਕਾਰਲੇ ਛੇਕ ਵਾਲਾ ਪਾਣੀ ਇਨ੍ਹਾਂ ਦੋਨਾਂ ਦੂਰੀਆਂ ਦੇ ਵਿਚਕਾਰ ਜਾ ਕੇ ਡਿੱਗਦਾ ਹੈ। ਇਸ ਕਿਰਿਆ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਤਰਲਾਂ ਦਾ ਦਬਾਅ ਡੂੰਘਾਈ ਨਾਲ ਵਧਦਾ ਹੈ। ਸਭ ਤੋਂ ਹੇਠਲੇ ਛੇਕ 'ਤੇ ਤਰਲ ਜਾਂ ਪਾਣੀ ਦੀ ਡੂੰਘਾਈ ਸਭ ਸਭ ਤੋਂ ਜ਼ਿਆਦਾ ਹੈ। ਇਸ ਲਈ ਤਰਲ ਦਾ ਦਬਾਅ ਵੀ ਇਸ ਪੱਧਰ 'ਤੇ ਜ਼ਿਆਦਾ ਹੈ, ਜਿਸ ਕਾਰਨ ਇਸ ਛੇਕ ਤੋਂ ਤਰਲ ਸਭ ਤੋਂ ਦੂਰ ਜਾ ਕੇ ਡਿੱਗਦਾ ਹੈ। ਸਭ ਤੋਂ ਉੱਪਰਲੇ ਛੇਕ 'ਤੇ ਤਰਲ ਦੀ ਡੂੰਘਾਈ ਸਭ ਤੋਂ ਘੱਟ ਹੋਣ ਕਾਰਨ ਇੱਥੇ ਤਰਲ ਦਾ ਦਬਾਅ ਸਭ ਤੋਂ ਘੱਟ ਹੈ। ਹਾਂਜੀ, ਇਸ ਚਿੱਤਰ ਰਾਹੀਂ ਜੋ ਹੈ ਸਾਨੂੰ ਇਹ ਵਿਖਾਇਆ ਗਿਆ ਹੈ ਵੀ ਜੋ ਤਰਲਾਂ ਦਾ ਦਬਾਅ ਹੈ ਉਹ ਡੂੰਘਾਈ ਦੇ ਨਾਲ ਵੱਧਦਾ ਹੈ। ਜਿਹੜਾ ਸਭ ਤੋਂ ਥੱਲੇ ਵਾਲਾ ਜਿਹੜਾ ਇਹ ਜੋ ਹੈ ਛੇਕ ਹੈ, ਉਸ ਦੇ ਵਿੱਚੋਂ ਜੋ ਇਹ ਪਾਣੀ ਨਿਕਲ ਰਿਹਾ ਹੈ ਉਹ ਇੱਕ ਜ਼ਿਆਦਾ ਦੂਰੀ ਤੱਕ ਜੋ ਹੈ ਜਾ ਰਿਹਾ ਹੈ ਅਤੇ ਉਸ ਦਾ ਕਾਰਨ ਇਹ ਹੈ ਵੀ ਸਭ ਤੋਂ ਥੱਲੇ ਵਾਲੇ ਛੇਕ ਦੇ ਉੱਪਰ ਜੋ ਪਾਣੀ ਦਾ ਦਬਾਅ ਹੈ ਉਹ ਸਭ ਤੋਂ ਜ਼ਿਆਦਾ ਹੈ। ਤਰਲਾਂ ਦਾ ਦਬਾਅ ਡੂੰਘਾਈ ਨਾਲ ਵੱਧਦਾ ਹੈ। ਵੱਖ-ਵੱਖ ਛੇਕਾਂ ਤੋਂ ਨਿਕਲੇ ਪਾਣੀ ਦੁਆਰਾ ਤੈਅ ਕੀਤੀ ਦੂਰੀ। ਹਾਂਜੀ, ਸਭ ਤੋਂ ਥੱਲੇ ਵਾਲੇ ਛੇਕ ਦੇ ਉੱਪਰ ਜੋ ਹੈ ਦਬਾਅ ਉਹ ਸਭ ਤੋਂ ਵੱਧ ਹੈ ਅਤੇ ਜਿਹੜਾ ਸਭ ਤੋਂ ਉੱਪਰਲਾ ਜੋ ਛੇਕ ਹੈ ਉਸ ਦੇ ਉੱਪਰ ਦਬਾਅ ਜੋ ਹੈ ਉਹ ਸਭ ਤੋਂ ਘੱਟ ਹੈ।
ਇਸ ਨਾਲ ਇਹ ਜੋ ਹੈ ਸਿੱਧ ਹੋ ਜਾਂਦਾ ਹੈ ਵੀ ਤਰਲਾਂ ਦਾ ਦਬਾਅ ਜੋ ਹੈ ਉਹ ਡੂੰਘਾਈ ਦੇ ਨਾਲ ਵੱਧਦਾ ਹੈ। क्रिया राਹੀਂ दर्शाओ कि वायुमंडल दबाव उत्पन्न करता है। ਰਬੜ ਦਾ ਇੱਕ ਵਧੀਆ ਚੂਸਕ ਲਓ। ਰਬੜ ਦਾ ਇੱਕ ਵਧੀਆ ਚੂਸਕ ਲਓ, ਇਸ ਨੂੰ ਕਿਸੇ ਸਮਤਲ ਸਤ੍ਹਾ ਉੱਤੇ ਜ਼ੋਰ ਨਾਲ ਦਬਾਓ। ਇਸ ਤਰ੍ਹਾਂ ਚੂਸਕ ਅਤੇ ਸਮਤਲ ਸਤ੍ਹਾ ਵਿਚਕਾਰਲੀ ਹਵਾ ਬਾਹਰ ਨਿਕਲ ਜਾਂਦੀ ਹੈ। ਚੂਸਕ ਅਤੇ ਸਤ੍ਹਾ ਵਿਚਕਾਰਲੀ ਹਵਾ ਬਾਹਰ ਨਿਕਲ ਜਾਣ ਕਾਰਨ ਹੁਣ ਚੂਸਕ ਉੱਤੇ ਵਾਯੂਮੰਡਲੀ ਦਬਾਅ ਕਿਰਿਆ ਕਰਦਾ ਹੈ, ਜਿਸ ਕਾਰਨ ਚੂਸਕ ਸਤ੍ਹਾ ਨਾਲ ਚਿਪਕ ਜਾਂਦਾ ਹੈ। ਹੁਣ ਅਸੀਂ ਚੂਸਕ ਨੂੰ ਖਿੱਚ ਕੇ ਸਤ੍ਹਾ ਤੋਂ ਚੁੱਕਣ ਦੀ ਕੋਸ਼ਿਸ਼ ਕਰਾਂਗੇ। ਚੂਸਕ ਨੂੰ ਸਤ੍ਹਾ ਤੋਂ ਖਿੱਚ ਕੇ ਵੱਖ ਕਰਨ ਦੇ ਲਈ ਲਾਇਆ ਗਿਆ ਬਲ ਇੰਨਾ ਜ਼ਿਆਦਾ ਹੋਣਾ ਚਾਹੀਦਾ ਹੈ ਕਿ ਇਹ ਵਾਯੂਮੰਡਲੀ ਦਬਾਅ ਤੋਂ ਪਾਰ ਪਾ ਸਕੇ। ਇਸ ਕਿਰਿਆ ਰਾਹੀਂ ਸਿੱਧ ਹੁੰਦਾ ਹੈ ਕਿ ਵਾਯੂਮੰਡਲ ਦਬਾਅ ਉਤਪੰਨ ਕਰਦਾ ਹੈ। ਇਸ ਕਿਰਿਆ ਰਾਹੀਂ ਸਿੱਧ ਹੁੰਦਾ ਹੈ ਕਿ ਵਾਯੂਮੰਡਲ ਦਬਾਅ ਉਤਪੰਨ ਕਰਦਾ ਹੈ। ਹਾਂਜੀ, ਇਸ ਦੇ ਵਿੱਚ ਅਸੀਂ ਵੇਖ ਸਕਦੇ ਹਾਂ ਵਾਯੂਮੰਡਲੀ ਦਬਾਅ, ਨਿਰਵਾਯੂ, ਹਵਾ ਬਾਹਰ ਕੱਢੀ ਗਈ ਤੇ ਸਮਤਲ ਸਤ੍ਹਾ। ਵਾਯੂਮੰਡਲੀ ਦਬਾਅ ਦਾ ਮੁੱਲ ਕਾਫੀ ਜ਼ਿਆਦਾ ਹੁੰਦਾ ਹੈ, ਫਿਰ ਵੀ ਅਸੀਂ ਇਸ ਦਬਾਅ ਹੇਠਾਂ ਫਿਸ ਨਹੀਂ ਜਾਂਦੇ। ਕਿਉਂ? ਅਜਿਹਾ ਇਸ ਲਈ ਕਿਉਂਕਿ ਸਾਡੇ ਸਰੀਰ ਅੰਦਰ ਵੀ ਦਬਾਅ ਹੁੰਦਾ ਹੈ, ਜਿਹੜਾ ਵਾਯੂਮੰਡਲੀ ਦਬਾਅ ਦੇ ਬਰਾਬਰ ਹੁੰਦਾ ਹੈ। ਇਸ ਤਰ੍ਹਾਂ ਵਾਯੂਮੰਡਲੀ ਦਬਾਅ ਦਾ ਪ੍ਰਭਾਵ ਸਾਨੂੰ ਮਹਿਸੂਸ ਨਹੀਂ ਹੁੰਦਾ ਹੈ। ਪਾਣੀ ਦੇ ਡੈਮ ਦੀਆਂ ਹੇਠਲੀਆਂ ਕੰਧਾਂ ਵੱਧ ਮੋਟੀਆਂ ਕਿਉਂ ਹੁੰਦੀਆਂ ਹਨ? ਡੈਮ ਦੀਆਂ ਕੰਧਾਂ ਉੱਤੇ ਪਾਣੀ ਦਾ ਦਬਾਅ ਡੈਮ ਦੀ ਗਹਿਰਾਈ ਵਧਣ ਨਾਲ ਵਧਦਾ ਜਾਂਦਾ ਹੈ। ਇਸ ਤਰ੍ਹਾਂ ਡੈਮ ਦੇ ਹੇਠਲੇ ਹਿੱਸੇ ਵਿੱਚ ਪਾਣੀ ਦਾ ਦਬਾਅ ਵੱਧ ਹੋਵੇਗਾ। ਵੱਧ ਦਬਾਅ ਨੂੰ ਸਹਿਣ ਲਈ ਡੈਮ ਦੀਆਂ ਹੇਠਲੀਆਂ ਕੰਧਾਂ ਵੱਧ ਮੋਟੀਆਂ ਬਣਾਈਆਂ ਜਾਂਦੀਆਂ ਹਨ। ਸਹੀ ਗਲਤ ਲਿਖੋ। ਊੜਾ ਤਰਲਾਂ ਦਾ ਬਰਤਨ ਦੀ ਤਲ ਦੇ ਦਬਾਅ ਸਭ ਤੋਂ ਘੱਟ ਹੁੰਦਾ ਹੈ। ਗਲਤ। ਆੜਾ ਰਗੜ ਬਲ ਇੱਕ ਗੈਰ ਸੰਪਰਕ ਬਲ ਹੈ। ਗਲਤ। ਈੜੀ ਚੁੰਬਕ ਦਾ ਉੱਤਰੀ ਧਰੁਵ ਉਸਦੇ ਦੱਖਣੀ ਧਰੁਵ ਨੂੰ ਅਪਕਰਸ਼ਿਤ ਕਰਦਾ ਹੈ। ਗਲਤ। ਸੱਸਾ ਗੁਰੁਤਾ ਬਲ ਇੱਕ ਸੰਪਰਕ ਬਲ ਹੈ। ਗਲਤ। ਹਾਹਾ ਬਲ ਕਿਸੇ ਵਸਤੂ ਦੀ ਗਤੀ ਅਵਸਥਾ ਵਿੱਚ ਪਰਿਵਰਤਨ ਕਰ ਸਕਦਾ ਹੈ। ਸਹੀ। ਖਾਲੀ ਥਾਵਾਂ ਭਰੋ। ਹਾਂਜੀ, ਊੜਾ ਪ੍ਰਤੀ ਇਕਾਈ ਖੇਤਰਫਲ ਵਿੱਚ ਲੱਗ ਰਹੇ ਬਲ ਨੂੰ ਦਬਾਅ ਆਖਦੇ ਹਨ। ਆੜਾ ਗੁਰੂਤਾਕਰਸ਼ਣ ਬਲ ਇੱਕ ਗੈਰ ਸੰਪਰਕ ਬਲ ਹੈ। ਈੜੀ ਚੁੰਬਕ ਦਾ ਦੱਖਣੀ ਸਿਰਾ ਉੱਤਰੀ ਸਿਰੇ ਨੂੰ ਆਕਰਸ਼ਿਤ ਕਰਦਾ ਹੈ। ਸੱਸਾ ਖੂਹ ਤੋਂ ਪਾਣੀ ਕੱਢਣ ਲਈ ਸਾਨੂੰ ਰੱਸੀ ਤੇ ਬਲ ਲਾਉਣਾ ਪੈਂਦਾ ਹੈ। ਹਾਹਾ ਇੱਕ ਚਾਰਜਿਤ ਵਸਤੂ ਅਣਚਾਰਜਿਤ ਵਸਤੂ ਨੂੰ ਆਕਰਸ਼ਿਤ ਕਰਦੀ ਹੈ।
ਸਹੀ ਮਿਲਾਨ ਕਰੋ। ਕਾਲਮ 1 ਦੇ ਵਿੱਚ ਊੜਾ ਹੈ ਦਬਾਓ। ਹਾਂਜੀ, ਇਸ ਦਾ ਸਹੀ ਮਿਲਾਨ ਹੈ ਬਲ ਬਟੇ ਖੇਤਰਫਲ, ਜਿਹੜਾ ਕਿ ਕਾਲਮ 2 ਦੇ ਵਿੱਚ ਥਰਡ ਵਾਲਾ ਹੈ। ਹਾਂਜੀ, ਆੜਾ ਹੈ ਗੁਰੂਤਾਕਰਸ਼ਣ ਬਲ, ਇਸ ਦਾ ਸਹੀ ਮਿਲਾਨ ਹੈ ਗੈਰ ਸੰਪਰਕ ਬਲ। ਈੜੀ ਵਾਯੂਮੰਡਲੀ ਦਬਾਅ, ਇਸ ਦਾ ਸਹੀ ਮਿਲਾਨ ਹੈ ਡ੍ਰੌਪਰ ਦੀ ਵਰਤੋਂ। ਹਾਂਜੀ, ਸੱਸਾ ਹੈ ਬਲ, ਇਸ ਦਾ ਸਹੀ ਮਿਲਾਨ ਹੈ ਖਿੱਚ ਜਾਂ ਧੱਕਾ। ਰਗੜ ਬਲ, ਹਾਂਜੀ, ਇਸ ਦਾ ਮਿਲਾਨ ਹੈ ਜੀ ਵਸਤੂ ਦੀ ਗਤੀ ਨੂੰ ਰੋਕਦਾ ਹੈ। ਕੀ ਇਹ ਜ਼ਰੂਰੀ ਹੈ ਕਿ ਬਲ ਲੱਗਣ ਕਾਰਨ ਹਮੇਸ਼ਾ ਹੀ ਵਸਤੂ ਵਿੱਚ ਗਤੀ ਹੋਵੇ? ਇਹ ਜ਼ਰੂਰੀ ਨਹੀਂ ਹੈ ਕਿ ਬਲ ਲੱਗਣ ਕਾਰਨ ਹਮੇਸ਼ਾ ਹੀ ਵਸਤੂ ਵਿੱਚ ਗਤੀ ਹੋਵੇ। ਕੀ ਬਲ ਕੇਵਲ ਵਸਤੂ ਦੀ ਗਤੀ ਨੂੰ ਵਧਾ ਜਾਂ ਘਟਾ ਸਕਦਾ ਹੈ? ਬਲ ਵਸਤੂ ਦੀ ਗਤੀ ਨੂੰ ਵਧਾ ਜਾਂ ਘਟਾ ਸਕਣ ਦੇ ਨਾਲ ਨਾਲ ਗਤੀ ਨੂੰ ਵਿਰਾਮ ਅਵਸਥਾ ਵਿੱਚ ਬਦਲ ਸਕਦਾ ਹੈ ਅਤੇ ਸਰਲ ਰੇਖੀ ਗਤੀ ਦੀ ਦਿਸ਼ਾ ਵੀ ਬਦਲ ਸਕਦਾ ਹੈ। ਜਦੋਂ ਪਲਾਸਟਿਕ ਦੇ ਫੁੱਟੇ ਨੂੰ ਵਾਲਾਂ ਨਾਲ ਰਗੜਿਆ ਜਾਂਦਾ ਹੈ ਅਤੇ ਪੇਪਰ ਦੇ ਟੁਕੜਿਆਂ ਨੇੜੇ ਇਹ ਲਿਆਇਆ ਜਾਂਦਾ ਹੈ ਤਾਂ ਉਹ ਉਸ ਵੱਲ ਆਕਰਸ਼ਿਤ ਕਿਉਂ ਹੁੰਦੇ ਹਨ? ਅਜਿਹਾ ਸਥਿਰ ਬਿਜਲਈ ਬਲ ਕਾਰਨ ਹੁੰਦਾ ਹੈ। ਪਲਾਸਟਿਕ ਦਾ ਫੁੱਟਾ ਰਗੜ ਕਾਰਨ ਚਾਰਜਿਤ ਹੋ ਜਾਂਦਾ ਹੈ ਅਤੇ ਇਹ ਅਣਚਾਰਜਿਤ ਪੇਪਰ ਦੇ ਟੁਕੜਿਆਂ ਨੂੰ ਆਕਰਸ਼ਿਤ ਕਰਦਾ ਹੈ। ਕੀ ਗੁਰੂਤਾ ਬਲ ਇੱਕ ਵਿਸ਼ਵ ਵਿਆਪੀ ਬਲ ਹੈ? ਜੀ ਹਾਂ, ਗੁਰੂਤਾ ਬਲ ਇੱਕ ਵਿਸ਼ਵ ਵਿਆਪੀ ਬਲ ਹੈ। ਵਸਤੂਆਂ ਦੀ ਗਤੀ ਦੀ ਕਿਸ ਦਿਸ਼ਾ ਵੱਲ ਰਗੜ ਬਲ ਲੱਗਦਾ ਹੈ? ਰਗੜ ਬਲ ਹਮੇਸ਼ਾ ਗਤੀ ਦੀ ਦਿਸ਼ਾ ਤੋਂ ਉਲਟ ਲੱਗਦਾ ਹੈ। ਦਬਾਓ ਬਰਾਬਰ ਹੈ ਬਲ ਬਟੇ ਡੈਸ਼, ਖਾਲੀ ਸਥਾਨ ਭਰੋ। ਦਬਾਓ ਬਰਾਬਰ ਹੈ ਬਲ ਬਟੇ ਖੇਤਰਫਲ, ਜਿਸ ਉੱਤੇ ਬਲ ਲੱਗ ਰਿਹਾ ਹੋਵੇ। ਇਹ ਦਰਸਾਓ ਕਿ ਸਮਾਨ ਡੂੰਘਾਈ ਤੇ ਤਰਲ ਦਾ ਸਮਾਨ ਦਬਾਓ ਹੁੰਦਾ ਹੈ। ਪਲਾਸਟਿਕ ਦੀ ਖਾਲੀ ਬੋਤਲ ਲਓ। ਬੋਤਲ ਦੇ ਥੱਲੇ ਵਾਲੇ ਪਾਸੇ ਚਾਰੋਂ ਤਰਫ ਸਮਾਨ ਉਚਾਈ ਤੇ 4 ਸੁਰਾਖ ਕਰੋ। ਹੁਣ ਬੋਤਲ ਨੂੰ ਪਾਣੀ ਨਾਲ ਭਰੋ। ਤੁਸੀਂ ਵੇਖੋਗੇ ਕਿ ਸਮਾਨ ਉਚਾਈ ਤੇ ਕੀਤੇ ਵੱਖ-ਵੱਖ ਸੁਰਾਖਾਂ ਤੋਂ ਨਿਕਲ ਰਹੇ ਪਾਣੀ ਦੀ ਧਾਰ ਬੋਤਲ ਤੋਂ ਸਮਾਨ ਦੂਰੀ ਤੇ ਡਿੱਗਦੀ ਹੈ। ਇਸ ਕਿਰਿਆ ਤੋਂ ਸਿੱਧ ਹੁੰਦਾ ਹੈ ਕਿ ਸਮਾਨ ਡੂੰਘਾਈ ਤੇ ਤਰਲ ਦਾ ਸਮਾਨ ਦਬਾਅ ਹੁੰਦਾ ਹੈ। ਵਾਯੂਮੰਡਲ ਕੀ ਹੈ? ਵਾਯੂਮੰਡਲੀ ਦਬਾਅ ਕੀ ਹੁੰਦਾ ਹੈ? ਧਰਤੀ ਦੇ ਆਲੇ ਦੁਆਲੇ ਮੌਜੂਦ ਹਵਾ ਦੀ ਮੋਟੀ ਤਹਿ ਨੂੰ ਵਾਯੂਮੰਡਲ ਕਿਹਾ ਜਾਂਦਾ ਹੈ। ਵਸਤੂਆਂ ਉੱਤੇ ਇਸ ਹਵਾ ਦੁਆਰਾ ਲਗਾਏ ਗਏ ਦਬਾਅ ਨੂੰ ਵਾਯੂਮੰਡਲੀ ਦਬਾਅ ਕਿਹਾ ਜਾਂਦਾ ਹੈ।